ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਪਿਛਲੇ ਦਿਨੀ ਆਈ ਇੱਕ ਨਵੀਂ ਅਪਡੇਟ CRPF ਯਾਨੀ ਕਿ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਨੇ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। CRPF ਵਿੱਚ ਪੈਰਾਮੈਡੀਕਲ ਡਿਪਾਰਟਮੈਂਟ ਵਿੱਚ ਭਰਤੀ ਦਾ ਵੱਡਾ ਐਲਾਨ ਕੀਤਾ ਹੈ। ਪੈਰਾਮੈਡੀਕਲ ਡਿਪਾਰਟਮੈਂਟ ਦੀਆਂ ਪੋਸਟਾਂ ਲਈ ਆਨਲਾਈਨ ਫਾਰਮ ਭਰਨਾ ਪੈਣਾ ਹੈ। ਇਸ ਵੀਡੀਓ ਵਿੱਚ ਸਾਰੀ ਜਾਣਕਾਰੀ ਦੱਸਾਂਗੇ। ਫਾਰਮ ਭਰਨ ਲਈ एलिजिबिलिटी की है, फार्म की कितनी फीस है, फार्म भरने की शुरुआती मिति और आखिरी मिति की है, कैटेगरी वाइज कितनी पोस्टां हैं, लोकेशन ऑफ जॉब की है। ये सारी जानकारी असी इस वीडियो में साझी करांगे। वीडियो नूं एंड तक जरूर। वीडियो स्टार्ट करने तो पहला तुसीं साडा YouTube चैनल साडा पंजाब TV सबसक्राइब कर दिओ अते बेल आइकन दबना ना भुलना ते साडी वीडियो लाइक कर दिओ। ਹੁਣ ਆਪਾਂ ਇੱਕ ਨਵੀਂ ਵਿੰਡੋ ਓਪਨ ਕੀਤੀ ਹੈ। ਹਾਂ, ਬਿਲਕੁਲ ਟੌਪ ਤੇ ਲਿਖਿਆ ਹੋਇਆ ਹੈ CRPF ਪੈਰਾਮੈਡੀਕਲ ਸਟਾਫ ਰਿਕਰੂਟਮੈਂਟ 2020। ਤਾਂ ਇਹ ਫੁੱਲ ਫਾਰਮ ਕੀ ਹੈ? CRPF ਦੀ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਠੀਕ ਹੈ ਲਿਖੀ ਹੋਈ ਹੈ। ਤਾਂ ਪੋਸਟ ਦਾ ਨਾਮ ਕੀ ਆ? ਪੈਰਾਮੈਡੀਕਲ ਸਟਾਫ ਦੀਆਂ ਪੋਸਟਾਂ ਨੇ। ਆਪਾਂ ਦੇਖ ਲੈਂਦੇ ਹਾਂ ਫਾਰਮ ਭਰਨ ਦੀ ਸਟਾਰਟਿੰਗ ਡੇਟ ਕੀ ਹੈ ਤੇ ਲਾਸਟ ਡੇਟ ਕੀ ਹੈ। ਇੱਥੇ ਮੈਂਸ਼ਨ ਹੋਇਆ ਜਿਹੜੀ ਸਟਾਰਟਿੰਗ ਡੇਟ ਆ ਉਹ ਹੈਗੀ 20 ਜੁਲਾਈ 2020। ਸਟਾਰਟਿੰਗ ਡੇਟ ਆ ਫਾਰਮ ਭਰਨ ਦੀ 20 ਜੁਲਾਈ 2020। ਉਸ ਤੋਂ ਬਾਅਦ ਲਾਸਟ ਡੇਟ ਕੀ ਆ? 21 ਅਗਸਤ 2020। ਲਾਸਟ ਡੇਟ ਪੇਮੈਂਟ ਕਰਨ ਦੀ ਕਿੰਨੀ ਆ? 31 ਅਗਸਤ 2020। ਇੱਥੇ ਐਗਜ਼ਾਮ ਦੀ ਡੇਟ ਵੀ ਦਿੱਤੀ ਹੋਈ ਆ। ਐਗਜ਼ਾਮ ਦੀ ਡੇਟ ਕਿੰਨੀ ਆ? 29 ਦਸੰਬਰ 2020। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਪਲੀਕੇਸ਼ਨ ਫੀਸ ਦੀ। ਹਾਂ, ਇੱਥੇ ਮੈਂਸ਼ਨ ਆ ਫੀਸ ਦੀ। ਇੰਸਪੈਕਟਰ, ਸਬ ਇੰਸਪੈਕਟਰ ਉਹਨਾਂ ਦੀ ਗਰੁੱਪ ਪੀ ਚਾਹੁੰਦੇ ਆ, ਉਹਨਾਂ ਦੀ ਜਨਰਲ OBC EWS ਦੀ 200 ਫੀਸ ਆ। ਉਸ ਤੋਂ ਬਾਅਦ ਆਲ ਕੈਟਾਗਰੀ ਫੀਮੇਲ ਦੀ, ਕਿਸੇ ਵੀ ਕੈਟਾਗਰੀ ਤੋਂ ਹੋਵੇ ਫੀਮੇਲ, ਉਹਦੀ ਕੋਈ ਫੀਸ ਨਹੀਂ। ਉਸ ਤੋਂ ਬਾਅਦ SC ST ਦੀ ਕੋਈ ਫੀਸ ਨਹੀਂ। ਉਸ ਤੋਂ ਬਾਅਦ ਅਦਰ ਪੋਸਟ ਜਿਹੜੇ ਗਰੁੱਪ C ਚਾਹੁੰਦੇ ਆ ਉਹਦੀ ਕੀ ਆ? ਜਿਹੜੀ ਜਨਰਲ ਕੈਟਾਗਰੀ OBC EWS ਦੀ 100 ਰੁਪਏ ਫੀਸ ਅਤੇ ਫੀਮੇਲ ਦੀ ਕਿਸੇ ਵੀ ਕੈਟਾਗਰੀ ਤੋਂ ਬਿਲੋਂਗ ਕਰਦੇ ਉਹਨੂੰ ਕੋਈ ਫੀਸ ਨਹੀਂ। SC ST ਦੀ ਵੀ ਕੋਈ ਫੀਸ ਨਹੀਂ। ਤਾਂ ਪੇਮੈਂਟ ਕਿੱਦਾਂ ਕਰ ਸਕਦੇ ਹਾਂ? ਪੇਮੈਂਟ ਔਨਲਾਈਨ ਕਰ ਸਕਦੇ ਹਾਂ ਜਾਂ ਬੈਂਕ ਡਰਾਫਟ ਕਰਕੇ, ਬੈਂਕ ਡਰਾਫਟ ਬਣਾ ਕੇ ਵੀ ਕਰ ਸਕਦੇ ਹਾਂ। ਤਾਂ ਉਸ ਤੋਂ ਬਾਅਦ ਆਪਾਂ ਜੋਬ ਦੀ ਲੋਕੇਸ਼ਨ ਦੇਖ ਲੈਂਦੇ ਹਾਂ। ਜਿਹੜੀ ਕਿ ਫੀਸ ਆ ਉਹ ਫੀਸ ਕਿੱਦਾਂ ਕਰ ਸਕਦੇ ਆਪਾਂ? ਫੀਸ ਮੇ ਬੀ ਸੈਂਡ ਟੂ ਥਰੂ ਇੰਡੀਅਨ ਪੋਸਟਲ ਆਰਡਰ ਐਂਡ ਬੈਂਕ ਡਰਾਫਟ ਓਨਲੀ। ਉਹ ਬੈਂਕ ਡਰਾਫਟ ਦੇ ਨਾਲ ਫੀਸ ਆਪਾਂ ਭਰ ਸਕਦੇ ਹਾਂ। ਤਾਂ ਜੋਬ ਦੀ ਲੋਕੇਸ਼ਨ ਕੀ ਆ? ਸਾਰੇ ਭਾਰਤ ਵਿੱਚ ਜੋਬ ਦੀ ਲੋਕੇਸ਼ਨ ਆ। ਉਸ ਤੋਂ ਬਾਅਦ ਏਜ ਲਿਮਿਟ ਕੀ ਆ? ਆਪਾਂ ਉਮਰ ਦੀ ਗੱਲ ਕਰਦੇ ਹਾਂ। ਤਾਂ ਉਮਰ ਕਿੰਨੀ ਆ? 1 ਅਗਸਤ 2020 'ਚ ਕਿੰਨੀ ਉਮਰ ਚਾਹੀਦੀ? 30 ਸਾਲ। ਅਤੇ ਜਿੱਦਾਂ ਕਿ SC ST ਨੂੰ ਛੂਟ ਦਿੱਤੀ ਹੋਈ ਹੈ, ਰਿਲੈਕਸੇਸ਼ਨ ਦਿੱਤੀ ਹੋਈ ਹੈ, ਤਾਂ ਉਹਦੇ ਅਕੋਰਡਿੰਗ ਐਜ਼ ਪਰ ਰੂਲ ਗੌਰਮੈਂਟ ਦੀ ਜਿਹੜਾ ਉਹਦੇ ਅੰਡਰ ਰਿਲੈਕਸੇਸ਼ਨ ਮਿਲੂਗੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਡਿਟੇਲ ਦੀ, ਵੈਕੈਂਸੀ ਡਿਟੇਲ ਦੀ। ਜਿਹੜੇ ਕਿ ਪੋਸਟ ਦਾ ਨਾਮ ਪੈਰਾਮੈਡੀਕਲ ਸਟਾਫ ਅਤੇ ਪੋਸਟ ਵਾਈਜ਼ ਵੈਕੈਂਸੀ ਡਿਟੇਲ ਸਾਰੀ ਦੱਸਾਂਗੇ। ਉਸ ਤੋਂ ਜਿਹੜੀ ਸਭ ਤੋਂ ਪਹਿਲੀ ਪੋਸਟ ਆ ਇੰਸਪੈਕਟਰ ਦੀ ਹੈ, ਡਾਇਟੀਸ਼ੀਅਨ ਦੀ ਹੈ ਅਤੇ ਉਸਦੀ ਇੱਕ ਪੋਸਟ ਆ। ਉਸ ਤੋਂ ਬਾਅਦ ਸਬ ਇੰਸਪੈਕਟਰ ਸਟਾਫ ਨਰਸ ਦੀਆਂ 175 ਪੋਸਟਾਂ ਆਈਆਂ। ਉਸ ਤੋਂ ਬਾਅਦ ਸਬ ਇੰਸਪੈਕਟਰ ਵੀਡੀਓਗ੍ਰਾਫਰ ਦੀਆਂ 8 ਪੋਸਟਾਂ ਆਈਆਂ। ਉਸ ਤੋਂ ਬਾਅਦ ਅਸਿਸਟੈਂਟ ਸਬ ਇੰਸਪੈਕਟਰ ਪੈਰਾਮੀ ਉਹਦੀਆਂ 84 ਪੋਸਟਾਂ ਆਈਆਂ। ਅਸਿਸਟੈਂਟ ਸਬ ਇੰਸਪੈਕਟਰ ਫਿਜ਼ੀਓਥੈਰੇਪੀ ਦੀਆਂ 5 ਪੋਸਟਾਂ ਆਈਆਂ ਉਹਦੀਆਂ। ਉਸ ਤੋਂ ਬਾਅਦ ਅਸਿਸਟੈਂਟ ਸਬ ਇੰਸਪੈਕਟਰ ਡੈਂਟਲ ਟੈਕਨੀਸ਼ੀਅਨ ਜਿਹਦੀਆਂ 4 ਪੋਸਟਾਂ ਆਈਆਂ ਉਹਦੀਆਂ। ਉਸ ਤੋਂ ਬਾਅਦ ਸਬ ਇੰਸਪੈਕਟਰ
ਲੈਬੋਰਟਰੀ ਟੈਕਨੀਸ਼ੀਅਨ ਦੀਆਂ 64 ਪੋਸਟਾਂ ਆਈਆਂ। ਉਸ ਤੋਂ ਬਾਅਦ ਸਬ ਅਸਿਸਟੈਂਟ ਸਬ ਇੰਸਪੈਕਟਰ ਦੀਆਂ, ਇਲੈਕਟ੍ਰੀਕਲ ਕਾਰਡੀਓ ਟੈਕਨੀਸ਼ੀਅਨ ਦੀਆਂ 1 ਪੋਸਟਾਂ, ਹੈੱਡ ਕਾਂਸਟੇਬਲ ਫਿਜ਼ੀਓਥੈਰੇਪੀ ਅਸਿਸਟੈਂਟ ਤੇ ਨਰਸਿੰਗ ਅਸਿਸਟੈਂਟ ਤੇ ਮੈਡੀਕਲ ਦੀਆਂ 99 ਪੋਸਟਾਂ ਆਈਆਂ। ਹੈੱਡ ਕਾਂਸਟੇਬਲ ਹੈ ਜਿਹੜਾ ANM ਮਿਡਵਾਈਫ ਦੀਆਂ 3 ਪੋਸਟਾਂ ਆਈਆਂ। ਉਸ ਤੋਂ ਬਾਅਦ ਹੈੱਡ ਕਾਂਸਟੇਬਲ ਡਾਇਲਿਸਿਸ ਟੈਕਨੀਸ਼ੀਅਨ ਦੀਆਂ 8 ਪੋਸਟਾਂ ਆਈਆਂ। ਹੈੱਡ ਕਾਂਸਟੇਬਲ ਜੂਨੀਅਰ ਐਕਸਰੇ ਇਹ ਬਈ ਜੂਨੀਅਰ ਐਕਸਰੇ ਦੀਆਂ 64 ਪੋਸਟਾਂ ਆਈਆਂ। ਉਸ ਤੋਂ ਹੈੱਡ ਕਾਂਸਟੇਬਲ ਲੈਬੋਰਟਰੀ ਅਸਿਸਟੈਂਟ ਦੀਆਂ 5 ਪੋਸਟਾਂ ਆਈਆਂ। ਉਸ ਤੋਂ ਹੈੱਡ ਕਾਂਸਟੇਬਲ ਇਲੈਕਟ੍ਰੀਸ਼ੀਅਨ ਦੀ ਜਿਹੜੀ 1 ਪੋਸਟ ਹੈ। ਉਦੋਂ ਹੈੱਡ ਕਾਂਸਟੇਬਲ ਦੀ ਸਟਾਫ ਦੀ ਉਹਦੀਆਂ 3 ਪੋਸਟਾਂ ਆਈਆਂ। ਉਸ ਤੋਂ ਬਾਅਦ ਕਾਂਸਟੇਬਲ ਆ ਜਿਹੜਾ ਮਸਾਲਚੀ ਆ ਉਹਦੀ 4 ਪੋਸਟਾਂ ਆਈਆਂ। ਉਸ ਤੋਂ ਬਾਅਦ ਕਾਂਸਟੇਬਲ ਜਿਹੜਾ ਕੁੱਕ ਆ ਉਹਦੀ 116 ਪੋਸਟਾਂ ਆਈਆਂ। ਕਾਂਸਟੇਬਲ ਸਫਾਈ ਕਰਮਚਾਰੀ ਦੀਆਂ 121 ਪੋਸਟਾਂ ਆਈਆਂ। ਉਸ ਤੋਂ ਬਾਅਦ ਜਿਹੜੀਆਂ ਕਿ ਕਾਂਸਟੇਬਲ ਧੋਬੀ ਉਹਦੀਆਂ 5 ਪੋਸਟਾਂ ਆਈਆਂ। ਕਾਂਸਟੇਬਲ WC ਦੀਆਂ 3, ਕਾਂਸਟੇਬਲ ਟੇਬਲ ਬੁਆਏ ਦੀਆਂ 1। ਉਸ ਤੋਂ ਬਾਅਦ ਹੈੱਡ ਕਾਂਸਟੇਬਲ ਵੈਟਨਰੀ ਦੀਆਂ 3 ਪੋਸਟਾਂ ਆਈਆਂ। ਤਾਂ ਹੈੱਡ ਕਾਂਸਟੇਬਲ ਲੈਬ ਟੈਕਨੀਸ਼ੀਅਨ ਦੀ 1 ਪੋਸਟ, ਹੈੱਡ ਕਾਂਸਟੇਬਲ ਰੇਡੀਓਗ੍ਰਾਫਰ ਦੀ 1 ਆ। ਅਤੇ ਜਿਹੜੀ ਪੇ ਸਕੇਲ ਆ ਇੱਥੇ ਪੇ ਸਕੇਲ ਕਿਵੇਂ ਮਿਲੂਗੀ ਐਜ਼ ਪਰ ਪੋਸਟ ਵਾਈਜ਼, ਜਿਸ ਹਿਸਾਬ ਨਾਲ ਪੋਸਟ ਦਾ ਰੈਂਕ ਹੋਊਗਾ ਉਸ ਹਿਸਾਬ ਨਾਲ ਆਪਾਂ ਨੂੰ ਪੇ ਮਿਲਣੀ ਆ। ਉਸ ਤੋਂ ਬਾਅਦ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਇੰਸਪੈਕਟਰ ਡਾਇਟੀਸ਼ੀਅਨ ਦੀ ਆ ਅਤੇ ਉਹਦੀ ਕੀ ਹੈ BSc ਪਾਸ ਹੋਣਾ ਚਾਹੀਦਾ। BSc ਪਾਸ ਹੋਣਾ ਚਾਹੀਦਾ। ਹੋਮ ਸਾਇੰਸ ਹੋਮ ਇਕਨੋਮਿਕਸ ਤੋਂ ਵਿਦ ਨਿਊਟ੍ਰੀਸ਼ਨ ਸਬਜੈਕਟ ਹੋਣਾ ਚਾਹੀਦਾ। ਅਤੇ ਕਿਸੇ ਗੌਰਮੈਂਟ ਜਾਂ ਯੂਨੀਵਰਸਿਟੀ ਅੰਡਰ ਕੀਤੀ ਹੋਣੀ ਚਾਹੀਦੀ ਹੈ, ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ। ਡਿਗਰੀ ਤਾਂ ਡਿਪਲੋਮਾ ਡਾਇਟੀਸ਼ੀਅਨ ਦਾ ਡਿਪਲੋਮਾ ਹੋਣਾ ਚਾਹੀਦਾ, ਸਰਕਾਰੀ ਮਾਨਤਾ ਪ੍ਰਾਪਤ ਹੋਣਾ ਚਾਹੀਦਾ। ਅਤੇ ਜਾਂ ਮਾਸਟਰ ਡਿਗਰੀ ਕੀਤੀ ਹੋਮ ਸਾਇੰਸ ਫੂਡ ਐਂਡ ਨਿਊਟ੍ਰੀਸ਼ਨ 'ਚ ਡਿਗਰੀ ਪੋਸਟ ਡਿਗਰੀ ਕੀਤੀ ਹੋਵੇ ਉਹ ਫਿਲ ਕਰ ਸਕਦਾ। ਉਸ ਤੋਂ ਬਾਅਦ ਸਬ ਇੰਸਪੈਕਟਰ ਸਟਾਫ ਨਰਸ ਦੀ ਗੱਲ ਕਰਦੇ ਹਾਂ। ਇਹ ਪੋਸਟ ਜਿਹੜੀ ਕਿ +2 ਪਾਸ ਹੋਣਾ ਚਾਹੀਦਾ ਅਤੇ ਉਹਦੇ ਕੋਲ ਕਿਸੇ ਵੀ ਬੋਰਡ ਤੋਂ ਮਾਨਤਾ ਪ੍ਰਾਪਤ ਹੋਣਾ ਚਾਹੀਦਾ। ਅਤੇ ਉਸ ਤੋਂ ਬਾਅਦ ਡਿਪਲੋਮਾ ਹੋਣਾ ਚਾਹੀਦਾ ਨਰਸਿੰਗ ਦਾ ਐਂਡ ਮਿਡਵੇ ਫਰੋਮ ਕਿਸੇ ਵੀ ਯੂਨੀਵਰਸਿਟੀ ਤੋਂ ਰਜਿਸਟਰ ਹੋਣਾ ਚਾਹੀਦਾ ਐਜ ਏ ਨਰਸ, ਕਿਸੇ ਵੀ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਕਿਸੇ ਗੌਰਮੈਂਟ ਇੰਸਟੀਟਿਊਟ 'ਚੋਂ। ਉਸ ਤੋਂ ਬਾਅਦ ਸਬ ਇੰਸਪੈਕਟਰ ਦੀ ਗੱਲ ਕਰਦੇ ਹਾਂ ਆਪਾਂ। ਸਬ ਇੰਸਪੈਕਟਰ ਰੇਡੀਓਗ੍ਰਾਫਰ ਦੀ +2 ਪਾਸ ਹੋਣਾ ਚਾਹੀਦਾ, ਸਾਇੰਸ ਸਟਰੀਮ 'ਚੋਂ ਪਾਸ ਹੋਣਾ ਚਾਹੀਦਾ ਅਤੇ ਡਿਪਲੋਮਾ ਤਾਂ ਹੋਣਾ ਚਾਹੀਦਾ 2 ਸਾਲ ਦਾ ਡਿਪਲੋਮਾ ਸਰਟੀਫਿਕੇਟ ਰੇਡੀਓ ਡਾਇਗਨੋਸਿਸ ਕੀਤਾ ਹੋਣਾ ਚਾਹੀਦਾ। ਕਿਉਂਕਿ ਸਟੇਟ ਯੂਨੀਵਰਸਿਟੀ ਸਟੇਟ ਗੌਰਮੈਂਟ ਜਾਂ ਸੈਂਟਰ ਗੌਰਮੈਂਟ ਦੇ ਅੰਡਰ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਅਸਿਸਟੈਂਟ ਸਬ ਇੰਸਪੈਕਟਰ +2 ਪਾਸ ਹੋਣਾ ਚਾਹੀਦਾ, ਕਿਸੇ ਵੀ ਬੋਰਡ 'ਚੋਂ ਜਾਂ ਯੂਨੀਵਰਸਿਟੀ 'ਚੋਂ 2 ਸਾਲਾਂ ਦਾ ਡਿਪਲੋਮਾ ਫਾਰਮੇਸੀ 'ਚ ਕੀਤਾ ਹੋਣਾ ਚਾਹੀਦਾ ਅਤੇ ਉਹ ਕਿਸੇ ਇੰਸਟੀਟਿਊਟ ਦੇ ਰਜਿਸਟਰ ਹੋਣਾ ਚਾਹੀਦਾ ਜਿਹੜੇ ਇੰਸਟੀਟਿਊਟ ਤੋਂ ਕੀਤਾ ਜਾਂ ਕਿਸੇ ਵੀ ਯੂਨੀਵਰਸਿਟੀ ਤੋਂ ਕੀਤਾ ਅਤੇ ਉਹ ਫਾਰਮੇਸੀ ਐਕਟ 1948 ਦੇ ਅੰਡਰ ਹੋਣਾ ਚਾਹੀਦਾ। ਉਸ ਤੋਂ ਬਾਅਦ ਅਸਿਸਟੈਂਟ ਸਬ ਇੰਸਪੈਕਟਰ ਦੀ ਫਿਜ਼ੀਓਥੈਰੇਪੀ ਦੀ ਗੱਲ ਕਰਦੇ ਹਾਂ। ਫਿਜ਼ੀਓਥੈਰੇਪੀ ਤਾਂ +2 ਪਾਸ ਹੋਣਾ ਚਾਹੀਦਾ ਅਤੇ ਸਾਇੰਸ ਸਟਰੀਮ 'ਚ ਹੋਣਾ ਚਾਹੀਦਾ, ਸਪੈਸ਼ਲੀ ਮੈਡੀਕਲ 'ਚ, ਅਤੇ ਬੈਚਲਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਫਿਜ਼ੀਓਥੈਰੇਪੀ 'ਚੋਂ 3 ਸਾਲ ਦਾ ਜਾਂ 3 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਫਿਜ਼ੀਓਥੈਰੇਪੀ ਦਾ ਕਿਸੇ ਵੀ ਇੰਸਟੀਟਿਊਟ ਤੋਂ। ਉਹ ਇੰਸਟੀਟਿਊਟ ਗੌਰਮੈਂਟ ਤੋਂ ਮਾਨਤਾ ਪ੍ਰਾਪਤ ਹੋਣਾ ਚਾਹੀਦਾ, ਚਾਹੇ ਉਹ ਸਟੇਟ ਦਾ ਹੋਵੇ ਚਾਹੇ ਸੈਂਟਰ ਦਾ ਹੋਵੇ। ਉਸ ਤੋਂ ਬਾਅਦ ਸਬ ਇੰਸਪੈਕਟਰ ਦੀ ਅਸਿਸਟੈਂਟ ਸਬ ਇੰਸਪੈਕਟਰ ਡੈਂਟਲ ਟੈਕਨੀਸ਼ੀਅਨ ਦੀ ਗੱਲ ਕਰਦੇ ਹਾਂ ਤਾਂ
मैट्रिकुलेशन पास होना चाहिए, साइंस होनी चाहिए एज ए सब्जैक्ट, किसी भी बोर्ड या यूनिवर्सिटी तो मानता प्राप्त होगी। 2 साल का डेंटल हाइजीनिस्ट कोर्स किया होना चाहिए पर डेंटल काउंसिल ऑफ इंडिया तो मानता प्राप्त होनी चाहिए। उस तो बाद असिस्टेंट सब इंस्पैक्टर लैब टैक्नीशियन की गल करते हैं तो मैट्रिकुलेशन पास होना चाहिए तो साइंस एज ए सबजैक्ट होना चाहिए। तो किसी भी यूनिवर्सिटी या बोर्ड चो मानता प्राप्त होगी। डिप्लोमा किया होना चाहिए मैडिकल लैबोरेटरी टैक्नोलॉजी का तो वो किसी इंस्टीट्यूट मानता प्राप्त होनी चाहिए सेंट्रल गौरमेंट या स्टेट गौरमेंट तो। उस तो बाद गल करते हैं असिस्टेंट सब इंस्पैक्टर इलेक्ट्रोकार्डियोग्राफी टैक्नीशियन तो कैंडीडेट मैट्रिकुलेशन पास होना चाहिए, साइंस एज ए सबजैक्ट होना चाहिए तो किसी भी बोर्ड या यूनिवर्सिटी तो मानता प्राप्त होनी चाहिए। तो सर्टिफिकेट डिप्लोमा सर्टिफिकेट इलेक्ट्रोकार्डियोग्राफी का डिप्लोमा होना चाहिए तो वो भी ऑल इंडिया काउंसिल तो मानता प्राप्त होना चाहिए। उस तो बाद आप करते हैं हैड कांस्टेबलों की, और हैड कांस्टेबल की चाहिए फिजियोथेरेपी, हैड कांस्टेबल असिस्टेंट नर्सिंग ANM मिडवाइफ डायलिसिस टैक्नीशियन +2 पास होना चाहिए, 2 साल का डिप्लोमा सर्टिफिकेट होना चाहिए। हैड कांस्टेबल एक्सरे असिस्टेंट लैबोरेटरी 10वीं पास होना चाहिए। ठीक है, हैड कांस्टेबल इलैक्ट्रीशियन या स्टॉवर्ड का तो मैट्रिकुलेशन पास होना चाहिए तो किसी भी यूनिवर्सिटी अंदर किया होना चाहिए, डिप्लोमा होना चाहिए इलैक्ट्रिकल का डिप्लोमा। कांस्टेबल मैट्रिकुलेशन पास होना चाहिए तो एक्सपीरियंस होना चाहिए। उस तो बाद हैड कांस्टेबल वैटनरी के पशुओं का होंगे तो +2 जी साइंस ना की होनी चाहिए, तो फिजिक्स कैमिस्ट्री बायोलॉजी होनी चाहिए, तो डिग्री या डिप्लोमा होना चाहिए, डिप्लोमा सर्टिफिकेट 1 साल का तो वैटनरी का। उस तो बाद हैड कांस्टेबल लैब टैक्नीशियन की गल करते हैं +2 पास होना चाहिए, फिजिक्स कैमिस्ट्री बायोलॉजी होनी चाहिए, तो 2 साल का डिप्लोमा या सर्टिफिकेट कोर्स होना चाहिए वैटनरी लैब का। उस तो बाद 1 साल का एक्सपीरियंस होना चाहिए वैटनरी लैब का। तो गौरमेंट इंस्टीट्यूट तो मानता प्राप्त होनी चाहिए, किसी भी स्टेट या गौरमेंट तो मानता प्राप्त होनी चाहिए। उस हैड कांस्टेबल वीडियोग्राफर की गल करते हैं इसलिए +2 पास होना चाहिए, फिजिक्स कैमिस्ट्री बायोलॉजी एज ए सबजैक्ट होना चाहिए, मैडिकल की होनी चाहिए तो किसी भी यूनिवर्सिटी तो मानता यूनिवर्सिटी या बोर्ड तो मानता प्राप्त होनी चाहिए। उस तो बाद डिग्री या डिप्लोमा होना चाहिए, डिप्लोमा सर्टिफिकेट वैटनरी रेडियोग्राफर की तो मानता प्राप्त होनी चाहिए। उस तो बाद फिजिकली डिटेल वो अपन दसते हैं। फिजिकली स्टैंडर्ड जी हैगी हाइट कितनी चाहिए, हाइट मेनली 170 तो 165 सेंटीमीटर होनी चाहिए, फीमेल की 155 तो 155 सेंटीमीटर होनी चाहिए। चैसट जी मेल की 80-73 हो सकती है, 80 भी हो सकती है, 78 सेंटीमीटर भी, 78 सेंटीमीटर तो सेंटीमीटर जोड़ा कि फिजिकली एफिशिएंसी टेस्ट है उसकी गल कर लें। रनिंग करनी है मेनली 1.6 किलोमीटर 6.5 मिनटा रेस करनी है, रनिंग करनी है। जी कि फीमेल ली है 800 मीटर जी 4 मिनटा कंप्लीट करनी है। उस तो बाद रेस 100 मीटर की रेस लानी थी, 100 मीटर की रेस 16 सेकंडा पास करनी है मेल ली। जी कि फीमेल ली है 100 मीटर की रेस 18 सेकंडा पूजनी है। उस तो बाद लॉन्ग जंप की गल है, इतने लॉन्ग जंप लिए दिता होया। लॉन्ग जंप मेल ने 12 फुट 3 चांस कंप्लीट करना, फीमेल की गल करते हैं तो 9
ਫੁੱਟ 3 ਚਾਂਸਾਂ 'ਚ ਕੰਪਲੀਟ ਕਰਨਾ। ਉਸ ਤੋਂ ਬਾਅਦ ਹਾਈ ਜੰਪ ਦੀ ਗੱਲ ਕਰਦੇ ਹਾਂ 3 ਫੁੱਟ 9 ਇੰਚ 3 ਚਾਂਸ 'ਚ ਕੰਪਲੀਟ ਕਰਨਾ ਹੈ। ਅਤੇ ਉੱਤਰੀ ਫੀਮੇਲ ਦੀ ਗੱਲ ਕਰਦੇ ਹਾਂ ਤਾਂ 3 ਫੁੱਟ 3 ਚਾਂਸ ਕੰਪਲੀਟ ਕਰਨਾ। ਤਾਂ ਉਸ ਤੋਂ ਬਾਅਦ ਨੀਚੇ ਲਿਖਿਆ ਹੋਇਆ ਹਾਊ ਟੂ ਅਪਲਾਈ CRPF ਪੈਰਾਮੈਡੀਕਲ ਸਟਾਫ ਤੋਂ, ਤਾਂ ਕਿ ਮੈਂ ਸਾਰਾ ਲਿੰਕ ਦਿੱਤਾ ਹੋਇਆ ਗਾ। ਉਸ ਤੋਂ ਬਾਅਦ ਦੇਖ ਲਓ ਇੱਕ ਲਾਸਟ ਡੇਟ ਹੈ ਜਿਹੜੀ ਕਿ ਸੈਂਡ ਐਪਲੀਕੇਸ਼ਨ ਜਿਹੜੀ ਸੈਂਡ ਕਰਨਾ ਗਾ ਉਹ ਡਿਟੇਲ ਦਿੱਤੀ ਹੋਈ ਹੈ। ਸੈਂਟਰਲ ਰਿਜ਼ਰਵ ਪੁਲਿਸ ਫੋਰਸ ਪੈਰਾਮੈਡੀਕਲ ਸਟਾਫ ਫਿਰ ਵੀ ਕਿ ਉਸ ਤੋਂ ਬਾਅਦ ਇੱਥੇ ਐਡਰੈਸ ਦਿੱਤਾ ਹੋਇਆ, ਤੁਸੀਂ ਇਸ ਐਡਰੈਸ 'ਤੇ ਸੈਂਡ ਕਰਨਾ। ਉਸ ਤੋਂ ਬਾਅਦ ਜਿਹੜੀ ਕਿ ਔਨਲਾਈਨ ਐਪਲੀਕੇਸ਼ਨ ਭਰਨ ਵੇਲੇ ਆਪਾਂ ਡਾਕੂਮੈਂਟ ਅਪਲੋਡ ਕਰਨੇ ਆ। ਜਿਹੜੀ ਡਾਕੂਮੈਂਟ ਅਪਲੋਡ ਕਰਨੇ ਤਾਂ ਫੋਟੋਗ੍ਰਾਫ ਜਿਹੜੀ ਆ 10 KB ਤੋਂ 40 KB ਤੱਕ ਚਾਹੀਦੀ ਹੈ। ਸਿਗਨੇਚਰ ਜਿਹੜੇ ਆ 10 KB ਤੋਂ 30 KB ਤੱਕ ਚਾਹੀਦੀ ਹੈ। ਉਸ ਤੋਂ ਬਾਅਦ ਸਿਲੈਕਸ਼ਨ ਕਿੱਦਾਂ ਹੋਣੀ ਹੈ, ਰਿਟਨ ਐਗਜ਼ਾਮ ਦੀ ਬੇਸ 'ਤੇ ਰਿਟਨ ਐਗਜ਼ਾਮ ਹੋਣਾ। ਉਸ ਤੋਂ ਬਾਅਦ ਸਿਲੈਕਸ਼ਨ ਹੋਣੀ ਹੈ ਅਤੇ ਕਿਸੇ ਐਪਲੀਕੇਸ਼ਨ ਫਾਰਮ ਜਿਹੜਾ ਰਜਿਸਟਰ ਕਰਨਾ ਹੈ ਉਹ ਇੱਥੇ ਜੀ ਲਿੰਕ ਓਪਨ ਹੋਇਆ ਐਪਲੀਕੇਸ਼ਨ ਫਾਰਮ ਇੱਥੇ ਮਿਲ ਜੂਗਾ ਸਾਨੂੰ। ਉਸ ਤੋਂ ਬਾਅਦ ਅਪਲਾਈ ਕਰਨ ਦਾ ਜੀ ਕੋਈ ਆਇਆ ਨਹੀਂ। ਅਫੀਸ਼ੀਅਲ ਵੈਬਸਾਈਟ 'ਤੇ ਜਾਣਾ CRPF 'ਤੇ ਤੁਸੀਂ ਕਲਿੱਕ ਕਰ ਸਕਦੇ ਹੋ। ਇੱਥੇ ਡਾਊਨਲੋਡ ਨੋਟੀਫਿਕੇਸ਼ਨ ਕਰਨੀ ਤਾਂ ਡਾਊਨਲੋਡ ਕਰ ਸਕਦੇ ਹੋ। ਜੇ ਸਿਲੇਬਸ ਜਾਂ ਪੈਟਰਨ ਪਤਾ ਕਰਨਾ ਤਾਂ ਉਹ ਇੱਥੇ ਕਲਿੱਕ ਕਰਕੇ ਕਲਿੱਕ ਹੇਅਰ 'ਤੇ ਪ੍ਰੀਵੀਅਸ ਈਅਰ ਦੇ ਪੇਪਰ ਪਤਾ ਕਰਦੇ ਹਾਂ ਤਾਂ ਇੱਥੇ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਨਵੀਂ ਅਪਡੇਟ ਆਉਣ ਸੀ ਕੋਈ ਵੀ ਨਵੀਂ ਅਪਡੇਟ ਆਊਗੀ ਤੁਸੀਂ ਚੈੱਕ ਕਰ ਲੈਣਾ। ਅਤੇ ਅਸੀਂ ਫਾਰਮ ਕਿਵੇਂ ਭਰਨਾ ਹੈ ਤਾਂ 20 ਤਰੀਕ ਨੂੰ 20 ਤੋਂ ਬਾਅਦ ਅਸੀਂ ਫਾਰਮ ਕਿਵੇਂ ਭਰਨਾ ਹੈ ਇਸ ਦੀ ਵੀ ਇੱਕ ਵੀਡੀਓ ਬਣਾ ਕੇ ਅਪਲੋਡ ਕਰਾਂਗੇ, ਤੁਸੀਂ ਦੇਖ ਲੈਣਾ। ਜਿਹੜੀ ਕਿ ਇਹ ਵੈਬਸਾਈਟ 'ਤੇ ਜਿੱਥੇ ਆਪਾਂ ਸਾਰੀ ਇਨਫੋਰਮੇਸ਼ਨ ਕਲੈਕਟ ਕੀਤੀ ਹੈ ਮੈਂ ਉਸ ਦਾ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਦੇ ਦੂੰਗਾ, ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਆਪ। ਧੰਨਵਾਦ।